हाँ जी गुड मॉर्निंग स्टूडेंट्स। ਅੱਜ ਆਪਾਂ ਕਰਾਂਗੇ ਬੇਟਾ ਕੈਸ਼ ਫਲੋ ਸਟੇਟਮੈਂਟਸ। ਕੈਸ਼ ਫਲੋ ਸਟੇਟਮੈਂਟ ਦੇ ਵਿੱਚ ਕੁਝ ਕੁ ਟਰਮਸ ਤੇ ਅਕਾਊਂਟਸ ਟਰਮਸ ਹੀ ਹੋਣਗੀਆਂ, ਅਕਾਊਂਟਸ ਮੈਂ ਅਗਲੇ ਲੈਕਚਰ 'ਚ ਕਰਵਾਉਂਗੀ। ਤਾਂ ਉਹ ਕੀ ਹੈਗੀਆਂ ਟਰਮਸ, ਠੀਕ ਹੈ। ਕੈਸ਼ ਫਲੋ ਦੇ ਵਿੱਚ ਬੇਟਾ ਆਉਂਦੀ ਹੈ ਕਿ ਕੈਸ਼ ਐਂਡ ਕੈਸ਼ ਇਕੁਇਵਲੈਂਟਸ। ਇਹ ਤੁਹਾਨੂੰ ਨਾ 1 ਮਾਰਕਸ ਕੁਐਸਚਨ ਆ ਸਕਦਾ ਗਾ ਕਿ ਇਹਨਾਂ ਵਿੱਚੋਂ ਕੈਸ਼ ਜਾਂ ਕੈਸ਼ ਇਕੁਇਵਲੈਂਟ ਕਿਹੜਾ ਹੈ ਕਿਹੜਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕੈਸ਼ ਤੇ ਕੈਸ਼ ਇਕੁਇਵਲੈਂਟ ਕੀ ਹੁੰਦੇ ਨੇ। ਕੈਸ਼ ਤੇ ਕੈਸ਼ ਦੇ ਬਰਾਬਰ ਜਿਹਨੂੰ ਕੈਸ਼ ਫਲੋ ਦੇ ਵਿੱਚ ਮੰਨਿਆ ਜਾਂਦਾ ਹੈਗਾ ਕੈਸ਼ ਬੈਲੈਂਸ, ਬੈਂਕ ਬੈਲੈਂਸ, ਚੈੱਕ, ਡਰਾਫਟ, ਮਾਰਕੀਟੇਬਲ ਸਿਕਿਉਰਿਟੀ ਤੇ ਕਰੰਟ ਇਨਵੈਸਟਮੈਂਟ। ਇਹ ਤੁਸੀਂ ਇਹ ਜਿਹੜੀਆਂ 5 ਚੀਜ਼ਾਂ ਨੇ ਇਹਨਾਂ ਨੂੰ ਲਰਨ ਕਰ ਲੈਣਾ ਕਿ ਇਹ ਜਿਹੜੀਆਂ 5 ਚੀਜ਼ਾਂ ਨੇ, ਠੀਕ ਹੈ। ਇਹਨਾਂ ਨੂੰ ਆਪਾਂ ਕੈਸ਼ ਐਂਡ ਕੈਸ਼ ਇਕੁਇਵਲੈਂਟਸ ਦੇ ਵਿੱਚ ਸ਼ੋ ਕਰਾਂਗੇ। ਕੈਸ਼ ਬੈਲੈਂਸ, ਬੈਂਕ ਬੈਲੈਂਸ, ਚੈੱਕ, ਡਰਾਫਟ, ਮਾਰਕੀਟੇਬਲ ਸਿਕਿਉਰਿਟੀਜ਼ ਤੇ ਕਰੰਟ ਇਨਵੈਸਟਮੈਂਟਸ, ਠੀਕ। ਫਿਰ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਆਪਰੇਟਿੰਗ ਐਕਟੀਵਿਟੀ, ਇਨਵੈਸਟਿੰਗ ਐਕਟੀਵਿਟੀ ਤੇ ਫਾਈਨਾਂਸਿੰਗ ਐਕਟੀਵਿਟੀ। ਮੈਂ ਪਹਿਲਾਂ ਫਾਈਨਾਂਸਿੰਗ ਐਕਟੀਵਿਟੀ ਕਰਾਉਣ ਲੱਗੀ ਹਾਂ। ਫਾਈਨਾਂਸਿੰਗ ਐਕਟੀਵਿਟੀ ਕਿਹੜੀ ਹੁੰਦੀ ਆ? ਹੁਣ ਫਾਈਨਾਂਸ ਤੋਂ ਬਣਿਆ ਕਿ ਫਾਈਨਾਂਸ ਕਿੱਥੋਂ ਆਇਆ, ਕਿੱਥੇ ਲਗਾਉਣਾ, ਕਿਵੇਂ ਆਇਆ, ਕਿੱਥੇ ਲਗਾਉਣਾ। ਹੁਣ ਫਾਈਨਾਂਸ ਕਿੱਥੋਂ ਆਉਂਦਾ? ਜਾਂ ਤਾਂ ਸ਼ੇਅਰ ਕੈਪੀਟਲ ਦੇ ਥਰੂ ਆਉਂਦਾ ਗਾ ਜਾਂ ਲੋਨਸ ਦੇ ਥਰੂ ਆਉਂਦਾ। 2 ਚੀਜ਼ਾਂ ਹੁੰਦੀਆਂ ਨੇ, ਜਾਂ ਸ਼ੇਅਰ ਕੈਪੀਟਲ ਤੋਂ ਆਉਂਦਾ ਗਾ ਜਾਂ ਆਉਂਦਾ ਲੋਨ ਤੋਂ। ਹੁਣ ਆਪਣੇ ਕੋਲ 2 ਚੀਜ਼ਾਂ ਹੁੰਦੀਆਂ ਨੇ, ਇੱਕ ਇਨਫਲੋ ਹੁੰਦਾ, ਇੱਕ ਆਊਟਫਲੋ ਹੁੰਦਾ, ਠੀਕ ਹੈ। ਕੈਸ਼ ਦਾ ਆਉਣਾ, ਕੈਸ਼ ਦਾ ਜਾਣਾ। ਹੁਣ ਨੈਚੁਰਲੀ ਗੱਲ ਹੈ, ਜਦੋਂ ਆਪਾਂ ਸ਼ੇਅਰਸ ਨੂੰ ਇਸ਼ੂ ਕਰਦੇ ਹਾਂ ਤਾਂ ਆਪਣੇ ਕੋਲ ਕੈਸ਼ ਆਉਂਦਾ, ਕੰਪਨੀ ਕੋਲ ਆਉਂਦਾ ਤਾਂ ਇਨਫਲੋ ਹੋ ਗਿਆ। ਇਸੇ ਤਰ੍ਹਾਂ ਜੇਕਰ ਸ਼ੇਅਰਸ ਨੂੰ ਸਿਕਿਉਰਿਟੀ ਪ੍ਰੀਮੀਅਮ 'ਤੇ ਇਸ਼ੂ ਕਰਦੇ ਹਾਂ ਤਾਂ ਵੀ ਇਨਫਲੋ ਹੁੰਦਾ ਗਾ, ਓਕੇ। ਤੇ ਇਹਦਾ ਉਲਟਾ ਕਰ ਲਓ, ਆਊਟਫਲੋ ਕਦੋਂ ਹੋਊਗਾ? ਜਦੋਂ ਆਪਾਂ ਸ਼ੇਅਰਸ ਨੂੰ ਵਾਪਸ ਕਰਦੇ ਹਾਂ, ਯਾਨੀ ਕਿ ਰਿਡੰਪਸ਼ਨ ਆਫ ਸ਼ੇਅਰ ਵੀ ਲਿਖ ਸਕਦੇ ਹੋ, ਬਾਏ ਬੈਕ ਆਫ ਸ਼ੇਅਰਸ ਵੀ ਲਿਖ ਸਕਦੇ ਹੋ। ਅਤੇ ਇੱਕ ਜਦੋਂ ਆਪਾਂ ਸ਼ੇਅਰਸ ਉੱਤੇ ਕੀ ਦਿੰਦੇ ਹਾਂ? ਡਿਵੀਡੈਂਡ ਦਿੰਦੇ ਹਾਂ, ਠੀਕ ਹੈ। ਇਹ ਇਨਫਲੋ ਹੋ ਗਿਆ, ਇਹ ਆਊਟਫਲੋ ਹੋ ਗਿਆ। ਉਸ ਤੋਂ ਬਾਅਦ ਸੈਕਿੰਡ ਤੁਹਾਨੂੰ ਦੱਸਿਆ ਸੀ ਲੋਨ ਵੀ ਇਹਦੇ ਵਿੱਚ ਆਉਂਦਾ ਹੈ। ਡਿਬੈਂਚਰ ਇਜ਼ ਅ ਪਾਰਟ ਆਫ ਲੋਨ। ਹੁਣ ਜੇ ਲੋਨ ਡਿਬੈਂਚਰ ਨੂੰ ਆਪਾਂ ਇਸ਼ੂ ਕਰਦੇ ਹਾਂ ਤਾਂ ਇਨਫਲੋ ਹੋਏਗਾ। ਇੱਕ ਆਉਂਦਾ ਬੇਟਾ ਬੈਂਕ ਓਵਰਡਰਾਫਟ, ਠੀਕ ਹੈ ਬੇਟਾ। ਬੈਂਕ ਓਵਰਡਰਾਫਟ ਜਿਹੜਾ ਹੈਗਾ ਇਹ ਵੈਸੇ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਬੈਂਕ ਓਵਰਡਰਾਫਟ ਇੱਕ ਕਰੰਟ ਲਾਇਬਿਲਿਟੀ ਹੁੰਦੀ ਹੈ। ਅਤੇ ਕਰੰਟ ਲਾਇਬਿਲਿਟੀਜ਼ ਆਪਾਂ ਕਿੱਥੇ ਸ਼ੋ ਕਰਦੇ ਹੁੰਦੇ ਹਾਂ? ਆਪਰੇਟਿੰਗ ਐਕਟੀਵਿਟੀਜ਼ ਦੇ ਵਿੱਚ। ਬਟ ਇੱਕ ਬੈਂਕ ਓਵਰਡਰਾਫਟ ਹੀ ਹੈਗਾ ਜਿਹਨੂੰ ਆਪਾਂ ਆਪਰੇਟਿੰਗ ਐਕਟੀਵਿਟੀ 'ਚ ਨਹੀਂ ਸਗੋਂ ਫਾਈਨਾਂਸਿੰਗ ਐਕਟੀਵਿਟੀ ਦੇ ਵਿੱਚ ਸ਼ੋ ਕਰਨਾ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਬੈਂਕ ਓਵਰਡਰਾਫਟ ਇੱਕ ਤਰ੍ਹਾਂ ਦਾ ਲੋਨ ਹੁੰਦਾ ਹੈ, ਠੀਕ। ਜੇਕਰ ਇਨਕਰੀਜ਼ ਹੋਇਆ ਤਾਂ ਉਹ ਇਨਫਲੋ ਹੈ, ਠੀਕ ਹੈ। ਡਿਕਰੀਜ਼ ਹੋਇਆ ਤਾਂ ਆਊਟਫਲੋ ਹੈ। ਇਸ ਤੋਂ ਬਾਅਦ ਜੇ ਇਸ਼ੂ ਆਫ ਡਿਬੈਂਚਰ ਦਾ ਉਲਟਾ ਹੁੰਦਾ ਰਿਡੰਪਸ਼ਨ ਆਫ ਡਿਬੈਂਚਰ, ਅਤੇ ਆਊਟਫਲੋ ਹੋ ਗਿਆ। ਅਤੇ ਡਿਬੈਂਚਰ 'ਤੇ ਆਪਾਂ ਕੀ ਪੇ ਕਰਦੇ ਹੁੰਦੇ ਹਾਂ? ਇੰਟਰਸਟ ਪੇ ਕਰਦੇ ਹੁੰਦੇ ਹਾਂ, ਠੀਕ ਹੈ ਬੇਟਾ। ਹੁਣ ਇੱਕ ਗੱਲ ਉਹੀ ਗੱਲ ਫਿਰ ਆ ਗਈ ਕਿ ਬੈਂਕ ਓਵਰਡਰਾਫਟ ਹੋ ਗਿਆ, ਟਰੇਡ ਜਾਂ ਕੈਸ਼ ਕ੍ਰੈਡਿਟ ਹੋ ਗਿਆ, ਠੀਕ। ਇਹ ਕਾਹਦਾ ਪਾਰਟ ਨੇ? ਫਾਈਨੈਂਸ਼ੀਅਲ ਐਕਟੀਵਿਟੀ ਦਾ ਪਾਰਟ ਹੈਗੇ ਨੇ, ਠੀਕ ਹੈ ਬੇਟਾ। ਇਹਨੂੰ ਆਪਾਂ ਫਾਈਨਾਂਸਿੰਗ ਐਕਟੀਵਿਟੀਜ਼ ਦੇ ਵਿੱਚ ਮੈਂਸ਼ਨ ਕਰਨਾ ਹੈ। ਇਹ ਤੁਹਾਡੀ ਫਾਈਨਾਂਸਿੰਗ ਐਕਟੀਵਿਟੀ ਹੋ ਗਈ। ਇਸ ਤੋਂ ਬਾਅਦ ਆ ਗਿਆ ਬੇਟਾ ਕੈਸ਼ ਫਲੋ ਫਰੋਮ ਇਨਵੈਸਟਿੰਗ ਐਕਟੀਵਿਟੀ। ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਵੀ ਆਪਣੇ ਕੋਲ 2 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੇ ਬੇਟਾ ਆਪਣੇ ਕੋਲ ਫਿਕਸਡ ਐਸਟਸ ਦੇ ਵਿੱਚ ਆਪਾਂ ਜਿਹੜਾ ਪੈਸਾ ਲਾਉਂਦੇ ਹਾਂ, ਇਨਵੈਸਟ ਕਰਦੇ ਹਾਂ, ਜਾਂ ਆਪਾਂ ਨੋਨ ਕੈਸ਼ ਇਨਵੈਸਟਮੈਂਟ ਦੇ ਵਿੱਚ ਪੈਸਾ ਲਗਾਉਂਦੇ ਹਾਂ, ਠੀਕ ਹੈ। ਨੋਨ ਕੈਸ਼ ਮੀਨਸ ਵੀ ਜਿਨ੍ਹਾਂ ਦੀ ਆਪਾਂ ਨੋਨ ਕੈਸ਼ ਇਨਵੈਸਟਮੈਂਟ ਜਿਨ੍ਹਾਂ ਨੂੰ ਆਪਾਂ ਕੈਸ਼ ਦੇ ਵਿੱਚ ਮੇਜ਼ਰਮੈਂਟ ਨਹੀਂ ਕੀਤਾ ਹੁੰਦਾ, ਠੀਕ ਹੈ। ਉਹ ਆਪਾਂ ਅੱਗੇ ਗੱਲ ਕਰਾਂਗੇ। ਉਸ ਤੋਂ ਬਾਅਦ ਫਿਕਸ ਐਸੈਟਸ ਤੁਹਾਨੂੰ ਪਤਾ ਹੈ, ਲਾਈਕ ਬਿਲਡਿੰਗ, ਫਰਨੀਚਰ, ਹੈ ਨਾ, ਪਲਾਂਟ, ਮਸ਼ੀਨਰੀ, ਇਹ ਸਾਰੇ ਫਿਕਸ ਐਸੈਟਸ ਹੁੰਦੇ ਨੇ। ਹੁਣ ਤੁਸੀਂ ਦੇਖੋ ਇਨਫਲੋ ਕਦੋਂ ਹੁੰਦਾ? ਪਲੱਸ ਯਾਨੀ ਕਿ ਇਨਫਲੋ ਕਦੋਂ ਹੁੰਦਾ? ਜਦੋਂ ਆਪਾਂ ਉਹਨੂੰ ਸੇਲ ਕਰਦੇ ਹਾਂ। ਸੇਲ ਕਰਨ 'ਤੇ ਕੈਸ਼ ਆਉਂਦਾ ਹੈ, ਧਿਆਨ ਰੱਖਣਾ ਹੈ। ਸੇਲ ਕਰਨ 'ਤੇ ਕੈਸ਼ ਆਉਂਦਾ ਤਾਂ ਇਨਫਲੋ, ਪਰਚੇਜ਼ ਕਰਨ 'ਤੇ ਜਾਂਦਾ ਅਤੇ ਆਊਟਫਲੋ। ਇੱਕ ਬੇਟਾ ਡਿਵੀਡੈਂਡ ਰਿਸੀਵਡ ਅਤੇ ਇੰਟਰਸਟ ਰਿਸੀਵਡ, ਇਹ ਇਨਵੈਸਟਿੰਗ ਐਕਟੀਵਿਟੀ ਦਾ ਪਾਰਟ ਹੈ। ਕਿਉਂਕਿ ਜਦੋਂ ਤੁਸੀਂ ਪੈਸਾ ਕਿਤੇ ਲਗਾਉਂਦੇ ਹੋ, ਇਨਵੈਸਟ ਕਰਦੇ ਹੋ ਹੁਣ, ਠੀਕ ਹੈ, ਤਾਂ ਪੈਸਾ ਇਨਵੈਸਟ ਕਰਨ 'ਤੇ ਜਾਂ ਤਾਂ ਇਹ ਡਿਵੀਡੈਂਡ ਮਿਲਦਾ ਹੈਗਾ, ਠੀਕ ਹੈ। ਉਹ ਇਨਵੈਸਟਮੈਂਟ ਕਰਨ 'ਤੇ ਮਿਲਿਆ ਤਾਂ ਇਨਵੈਸਟਿੰਗ ਐਕਟੀਵਿਟੀ ਦੇ ਵਿੱਚ ਡਿਵੀਡੈਂਡ ਰਿਸੀਵਡ ਅਤੇ ਇੰਟਰਸਟ ਰਿਸੀਵਡ ਇਜ਼ ਅ ਪਾਰਟ ਆਫ ਇਨਵੈਸਟਿੰਗ ਐਕਟੀਵਿਟੀ। ਇਹ 'ਚ ਕਨਫਿਊਜ਼ ਨਹੀਂ ਹੋਣਾ। ਦੇਖੋ ਡਿਵੀਡੈਂਡ ਪੇਡ ਅਤੇ ਇੰਟਰਸਟ ਪੇਡ ਇਹ ਫਾਈਨਾਂਸਿੰਗ ਐਕਟੀਵਿਟੀ ਦਾ ਪਾਰਟ ਹੈ, ਕਿਉਂਕਿ ਡਿਵੀਡੈਂਡ ਆਪਾਂ ਸ਼ੇਅਰਸ ਤੋਂ ਦਿੱਤਾ, ਜਿਨ੍ਹਾਂ ਨੇ ਆਪਣੇ ਤੋਂ ਸ਼ੇਅਰ ਪਰਚੇਜ਼ ਕੀਤੇ ਆਪਾਂ ਉਹਨੂੰ ਦੇ ਰਹੇ ਹਾਂ ਡਿਵੀਡੈਂਡ। ਅਤੇ ਇੰਟਰਸਟ ਜਿਹਨਾਂ ਤੋਂ ਆਪਾਂ ਲੋਨ ਲਿਆ ਉਹਨਾਂ ਨੂੰ ਇੰਟਰਸਟ ਦੇ ਰਹੇ ਹਾਂ। ਹੁਣ ਡਿਵੀਡੈਂਡ ਰਿਸੀਵਡ ਮਤਲਬ ਕਿ ਆਪਾਂ ਕਿਸੇ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਨੇ, ਆਪਾਂ ਨੂੰ ਉਹਨਾਂ 'ਤੇ ਕੀ ਮਿਲ ਰਿਹਾ ਹੈਗਾ? ਡਿਵੀਡੈਂਡ ਮਿਲ ਰਿਹਾ। ਆਪਾਂ ਕਿਸੇ ਨੂੰ ਲੋਨ ਦਿੱਤਾ ਹੋਇਆ, ਉਹ ਲੋਨ 'ਤੇ ਆਪਾਂ ਨੂੰ ਇੰਟਰਸਟ ਮਿਲ ਰਿਹਾ ਹੈਗਾ, ਤਾਂ ਇਹ ਕੀ ਹੈ? ਇੱਕ ਆਪਣੀ ਇਨਵੈਸਟਿੰਗ ਐਕਟੀਵਿਟੀ, ਠੀਕ ਹੈ। ਇਹ ਆਪਣਾ ਜ਼ਰੂਰ ਧਿਆਨ 'ਚ ਰੱਖਣਾ ਬੇਟਾ। ਉਸ ਤੋਂ ਬਾਅਦ ਆਉਂਦਾ ਬੇਟਾ ਕੈਸ਼ ਫਲੋ ਫਰੋਮ ਆਪਰੇਟਿੰਗ ਐਕਟੀਵਿਟੀ। ਆਪਰੇਟਿੰਗ ਐਕਟੀਵਿਟੀਜ਼ ਦੇ ਵਿੱਚ ਕੀ ਆਏਗਾ? ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਫਾਈਂਡ ਕਰਨਾ ਹੁੰਦਾ? ਸਭ ਤੋਂ ਪਹਿਲਾਂ ਆਪਾਂ ਕਰਨਾ ਹੁੰਦਾ ਫਾਈਂਡ
ਨੈਟ ਪ੍ਰੋਫਿਟ ਬਿਫੋਰ ਟੈਕਸ ਜਿਹਨੂੰ NPBT ਬੋਲਦੇ ਆ, ਠੀਕ ਹੈ। ਨੈਟ ਪ੍ਰੋਫਿਟ ਬਿਫੋਰ ਟੈਕਸ ਦਾ ਮਤਲਬ ਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਆਫਟਰ ਟੈਕਸ ਦਿੱਤਾ ਹੁੰਦਾ ਗਾ, ਆਫਟਰ ਤੋਂ ਆਪਾਂ ਬਿਫੋਰ ਬਣਾਉਣਾ ਹੁੰਦਾ, ਠੀਕ ਹੈ। ਬਿਫੋਰ ਕਿਵੇਂ ਬਣੂਗਾ, ਕਿਉਂਕਿ ਆਪਾਂ ਨੂੰ ਪਹਿਲਾਂ ਵਾਲਾ ਟੈਕਸ ਚਾਹੀਦਾ ਗਾ ਕੈਸ਼ ਫਲੋ ਦੇ ਵਿੱਚ। ਪਹਿਲਾਂ ਆਪਾਂ ਕਰੰਟ ਈਅਰ 'ਚ ਪ੍ਰੋਫਿਟ ਈਅਰ ਦਾ ਪ੍ਰੋਫਿਟ ਮਾਈਨਸ ਕਰਕੇ ਜਿਹੜਾ ਬਚੂਗਾ ਉਹ ਪ੍ਰੋਫਿਟ ਲੈ ਲਿਆ। ਔਰ ਇੱਥੇ ਇੱਕ ਯਾਦ ਰੱਖ ਲੈਣਾ ਟਿਪ ਮਤਲਬ ਕਿ ਆਪਾਂ 4 ਚੀਜ਼ਾਂ ਪਲੱਸ ਕਰਨੀਆਂ ਨੇ। ਟਿਪ ਮਤਲਬ ਪਹਿਲਾਂ T ਤੇ ਟ੍ਰਾਂਸਫਰ ਆਫ ਰਿਜ਼ਰਵ, I ਇੰਟੈਰਿਮ ਡਿਵੀਡੈਂਡ, P ਪ੍ਰਪੋਜ਼ ਡਿਵੀਡੈਂਡ ਤੇ ਪ੍ਰੋਵੀਜ਼ਨ ਫੋਰ ਟੈਕਸ। ਇਹ ਚਾਰੋਂ ਚੀਜ਼ਾਂ ਨੂੰ ਪਲੱਸ ਕਰਨਾ ਹੈ, ਠੀਕ ਹੈ। ਉਹਦੇ ਵਿੱਚੋਂ ਜੇਕਰ ਆਪਾਂ ਨੂੰ ਪਿਛਲੇ ਸਾਲ ਦਾ ਕੋਈ ਟੈਕਸ ਰਿਫੰਡ ਹੋ ਗਿਆ, ਵਾਪਸ ਹੋ ਗਿਆ, ਤਾਂ ਮਾਈਨਸ ਕਰਕੇ NPBT ਕੱਢਣਾ। NPBT ਕੱਢਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਨੋਨ ਕੈਸ਼ ਐਕਸਪੈਂਸ ਐਡ ਕਰਨੇ ਆ ਅਤੇ ਨੋਨ ਕੈਸ਼ ਗੇਨਸ ਜਿਹੜੇ ਹੋਣਗੇ ਉਹਨੂੰ ਮਾਈਨਸ ਕਰਨਾ। नॉन कैश डेप्रीशिएशन आ गया, लॉस ऑन सेल ऑफ एसेट्स आ गया, तो इंटरस्ट पेड आ गया। हम इंटरस्ट ट्रीटमेंट 2 बार हो रहा, ठीक है। ये हो गया प्लस, ठीक है। माइनस की करना है गेन ऑफ सेल ऑफ एसेट्स, इंटरस्ट डिविडेंड प्रोसीड का ट्रीटमेंट भी 2 बार हो रहा है, ठीक है। तो की निकल के आऊगा अपने को प्रॉफिट ऑपरेटिंग प्रॉफिट बिफोर वर्किंग कैपिटल। वर्किंग कैपिटल ਦੇ ਵਿੱਚ ਆਪਾਂ करंट एसेट्स ਤੇ करंट लाइबिलिटीज़ ਦੀ ਗੱਲ ਕਰਨੀ ਹੈ। ਜੇਕਰ करंट लाइबिलिटी इंक्रीज़ हो रही ने प्लस करनिया ने, करंट एसेट्स डिक्रीज़ हो रहा वो भी प्लस करने, ठीक है। इसी तरह रिवर्स करके माइनस करना गा। थोड़े कोल फिर की निकल के आऊगा कैश जनरेटिंग फ्रॉम ऑपरेशन, वो इनकम टैक्स माइनस करके तुसी जिहड़ा ऑपरेशनस वाला प्रॉफिट निकाल सकते हो, ठीक है। ये अज एक्टिविटीज़ नाल रिलेटेड सीगा। हुण नैक्सट वीडियो दे विच मैं तुहानूं लैक्चरस दे बारे दस्सांगी, अकाउंट्स बारे, सॉरी नैक्सट लैक्चर दे विच मैं अकाउंट्स बारे दस्सांगी। थैंक यू बेटा।